ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਾਰੀਆਂ ਪੰਥਕ ਧਿਰਾਂ ਨੂੰ ਇਹ ਕਿਹਾ ਗਿਆ ਸੀ ਕਿ ਇਕੱਠੇ ਹੋ। ਉਸ ਤੋਂ ਬਾਅਦ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ ਨੇ ਤੇ ਇਹ ਐਲਾਨ ਕੀਤਾ ਜਾਂਦਾ ਸਰਬਸੰਮਤੀ ਦੇ ਨਾਲ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੇ ਸੰਘਰਸ਼ ਵੀ ਵਿੱਢਣੇ ਪਏ ਤੇ ਜ਼ਰੂਰ ਵਿੱਢਾਂਗੇ। ਸਵਾਲ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ, ਬਾਦਲ, ਮਾਨ, ਮਨਜੀਤ ਸਿੰਘ ਜੀ ਕੇ, ਦਾਦੂਵਾਲ, ਪਰਮਜੀਤ ਸਿੰਘ ਸਰਨਾ और बहुत सारिया पंथक धिरां इकट्ठियां हुई ने कि एजेंडा वाजबा ते नाल दी नाल कि इस चीज़ नूं मनफी किया जा सकता है कि इन्हां सारियां दा सियासी तौर ते सर्वाइवल भी औखा। इस मतलब कि असीं गलबात करांगे। साडे नाल बहुत ही सीनियर पत्रकार ते लेखक सरदार जगतार सिंह होनी। भाई बहुत बहुत स्वागत है जी। थैंक यू जी। भाई की मनदे जी ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਇਸ ਚੀਜ਼ ਨੂੰ, ਇਸ ਪੱਖ ਨੂੰ ਵੀ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਸਕਦੀ ਕਿ ਬਾਕੀ ਪੰਥਕ ਧਿਰਾਂ ਤੇ ਪਹਿਲਾਂ ਹੀ ਸਿਆਸਤ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗੇ ਤੇ ਜਿਨ੍ਹਾਂ ਦੇ ਲੱਗੇ ਸੀ ਸ਼੍ਰੋਮਣੀ ਅਕਾਲੀ ਦਲ, ਬਾਦਲ, ਉਹਨਾਂ ਦੇ ਪੈਰ ਉਖੜ ਗਏ ਜੀ। ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜਾ ਸਟੈਪ ਲਿਆ ਗਿਆ ਹੈ ਆਪਣੇ ਆਪ ਦੇ ਵਿੱਚ ਵਧੀਆ ਗੱਲ ਹੈ ਜੀ। ਇਹ ਜਿਹੜੇ ਬੰਦੀ ਸਿੰਘ ਹੈਗੇ, ਜਿਹੜੇ ਆਪਣੀ ਸਜ਼ਾਵਾਂ ਭੁਗਤ ਚੁੱਕੇ ਹੈ ਤੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ। ਇਹ ਇਸ਼ੂਜ਼ ਬੇਸਿਕਲੀ ਸਿਆਸੀ ਹੋਇਆ ਕਰਦੇ ਆ। ਉਹਨਾਂ ਦੀ ਕੋਈ ਪਰਸਨਲ ਨਿੱਜੀ ਲੜਾਈ ਨਹੀਂ ਸੀਗੀ। ਉਹਨਾਂ ਨੇ ਕੌਮ ਦੇ ਨਾਂ 'ਤੇ ਲੜਾਈ ਲੜੀ ਜੀ। ਕੌਮ ਦਾ ਇੱਕ ਸੈਕਸ਼ਨ ਉਹਨਾਂ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਲੜਾਈ ਪੰਥ ਦੀ ਸੀ ਜੀ। ਸੋ ਉਹ ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਆਪਣੀਆਂ ਤਾਂ ਉਹਨਾਂ ਵਾਸਤੇ ਸਪੋਰਟ ਤਾਂ ਹੋਣੀ ਚਾਹੀਦੀ ਹੈ। ਇਹ ਦੇਰ ਆਏ ਦਰੁਸਤ ਆਏ ਜੀ, ਉਹ ਇਸ਼ੂ ਹੈ ਜੀ। ਤੇ ਮੈਂ ਇਹਨਾਂ ਨੂੰ ਸਿੱਖ ਜਥੇਬੰਦੀਆਂ ਦੀ ਮੀਟਿੰਗ ਕਹਿੰਦਾ, ਮੈਂ ਇਹਨਾਂ ਨੂੰ ਪੰਥਕ ਅਸੈਂਬਲੀ ਨਹੀਂ ਕਹਿੰਦਾ ਜੀ। ਅਸੈਂਬਲੀ ਤੋਂ ਭਾਵ ਮੇਰਾ ਸਮਾਗਮ ਹੈ ਜੀ। ਬਹੁਤ ਜਥੇਬੰਦੀਆਂ ਹੈ ਜਿਨ੍ਹਾਂ ਦਾ ਸੰਬੰਧ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੀ ਸਿਆਸਤ ਨੂੰ ਰਿਪਰੈਜ਼ੈਂਟ ਕਰਦੇ ਹੋਏ ਇਹ ਲੋਕ ਅੰਦਰ ਹੈਗੇ ਜੀ। ਉਹ ਜਥੇਬੰਦੀਆਂ ਇਸ ਮੀਟਿੰਗ ਦਾ ਪਾਰਟ ਨਹੀਂ ਸੀ। ਮੈਂ ਤਾਂ ਇਹਨਾਂ ਨੂੰ ਪੰਥਕ ਨਹੀਂ ਕਹਿੰਦਾ ਜੀ। ਤੇ ਇਹ ਖੁੱਲੀ ਮੀਟਿੰਗ ਸੀ, ਖੁੱਲਾ ਸੱਦਾ ਦਿੱਤਾ ਗਿਆ ਸੀ ਜੀ। ਜਾਂ ਨਾਲ ਨਾਂ ਲੈ ਕੇ ਕੁਛ ਜਥੇਬੰਦੀਆਂ ਨੂੰ ਇਨਵੀਟੇਸ਼ਨ ਭੇਜੇ ਜਾਂਦੇ ਫਿਰ ਗੱਲ ਹੋਰ ਸੀ। ਚਲੋ ਜੋ ਵੀ ਹੈ ਆਪਣੇ ਆਪ ਦੇ ਵਿੱਚ ਅੱਛਾ ਸਟੈਪ ਹੈ, ਨੁਕਤਾਚੀਨੀ ਆਪਾਂ ਇਸ ਗੱਲ ਦੀ ਕਿਉਂ ਕਰਨੀ ਹੈ। ਲੇਕਿਨ ਗੱਲ ਇਹ ਹੈ ਕਿ ਜਿਹੜੀ ਜਥੇਬੰਦੀਆਂ ਇਕੱਠੀਆਂ ਹੋਈਆਂ ਕਿ ਇਹਨਾਂ ਦਾ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਕੋਈ ਆਧਾਰ ਹੈ ਜੀ ਕਿ ਨਹੀਂ ਹੈ। ਇਸ਼ੂ ਦਾ ਠੀਕ ਹੋਣਾ ਉਹ ਵੱਖਰਾ ਇਸ਼ੂ ਹੁੰਦਾ ਹੈ ਜੀ। ਮੇਰੇ ਖਿਆਲ ਦੇ ਵਿੱਚ ਇਹ ਆਲਮੋਸਟ ਸਾਰੇ ਹੀ ਉਹ ਲੋਕ ਹੈ ਜੀ ਜਿਨ੍ਹਾਂ ਨੂੰ ਪੰਥ ਸਮੇਂ-ਸਮੇਂ 'ਤੇ ਰਿਜੈਕਟ ਕਰ ਚੁੱਕਿਆ ਹੈ ਜੀ। ਤੇ ਇਹ ਲੋਕ ਇਹਨਾਂ ਬੰਦੀ ਸਿੰਘਾਂ ਦੇ ਨਾਂ 'ਤੇ ਆਪਣੀ ਹੋਂਦ ਦੁਬਾਰਾ ਕਾਇਮ ਕਰਨ ਦੀ ਲੜਾਈ ਲੜ ਰਹੇ ਹੈ ਤੇ ਉਹ ਸਟ੍ਰੈਟਜੀ ਬਣਾ ਰਹੇ ਹੈ। ਚਲੋ ਇਹ ਵੀ ਹੋ ਜਾਏ ਜੇ ਬੰਦੀ ਸਿੰਘ ਇਸ ਬਹਾਨੇ ਰਿਹਾ ਹੁੰਦੇ ਹੈ ਤੇ ਕੋਈ ਮਾੜੀ ਗੱਲ ਨਹੀਂ। ਲੇਕਿਨ ਜਿਹੜੀ ਬੇਸਿਕ ਲੜਾਈ ਹੈ ਇਹਨਾਂ ਦੀ ਉਹ ਆਪਣੀ ਨਿੱਜੀ ਹੈ। ਨਿੱਜੀ ਹੈ, ਪਰ ਤੁਹਾਨੂੰ ਲੱਗਦਾ ਕਿ ਜਿੰਨਾ ਕੋ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੈਂਟਰ ਸਰਕਾਰ ਹੈ, ਸੈਂਟਰ ਸਰਕਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਵੀ ਰਿਹਾ, ਵਜ਼ੀਰੀਆਂ ਦਾ ਆਨੰਦ ਵੀ ਮਾਣਿਆ ਹੈਗਾ, ਸੱਤਾ ਵੀ ਰਹੀ ਹੈਗੀ ਆ, ਹੁਣ ਸੱਤਾ ਤੋਂ ਬਾਹਰ ਆ, ਵੇਲਾ ਲੰਘਾ ਦਿੱਤਾ ਗਾ। ਹੁਣ ਇਹ ਕਹਿ ਰਿਹਾ ਕਿ ਬੰਦੀ ਸਿੰਘ ਰਿਹਾਈ ਕੀਤੀ ਜਾਵੇ ਜਾਂ ਜੋ ਸਰਕਾਰ ਦੇ ਵਿੱਚ ਹੋਵੇ, ਤੁਹਾਡੀ ਭਾਈਵਾਲੀ ਹੋਵੇ, ਉਦੋਂ ਇਹ ਕਾਰਜ ਸੌਖੇ ਨਹੀਂ ਹੁੰਦੇ ਜੀ। ਮੈਂ ਇੱਕ ਫੋਟੋ ਦੇਖੀ ਅੱਜ ਜੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ, ਪ੍ਰੇਮ ਸਿੰਘ ਚੰਦੂਮਾਜਰਾ ਸਾਰੇ ਬੈਠੇ ਆ ਜੀ। ਨਾਲ ਹੀ ਮੈਨੂੰ ਇੱਕ ਫੋਟੋ ਹੋਰ ਯਾਦ ਆ ਗਈ ਜੀ। ਉਹ ਸੀ 4 ਜੂਨ 1986 ਜੀ। ਦਰਬਾਰ ਸਾਹਿਬ, ਮੰਜੀ ਸਾਹਿਬ ਹਾਲ, ਉੱਥੇ ਇੱਕ ਇਕੱਠ ਹੋਇਆ ਸੀ। ਉਹ ਸੀ 6 ਜੋ ਆਪਣੇ ਬਲੂ ਸਟਾਰ ਦੀ ਐਨੀਵਰਸਰੀ। ਉਹਦੇ ਵੀ ਇੱਕ ਫੋਟੋ ਛਪੀ ਸੀ ਜੀ। ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋਏ ਸੀ ਜੀ। ਤੇ ਉਸ ਤੋਂ ਬਹੁਤ ਸਾਲ ਬਾਅਦ ਮੁੜ ਕੇ ਸ਼ਾਮਲ ਨਹੀਂ ਹੋਏ ਕਦੇ। ਇੱਕੋ ਹੀ ਫੋਟੋ ਆ ਉਹ। ਇਹ ਸਟੇਜ ਦੇ ਉੱਪਰ ਨਹੀਂ ਸੀ, ਥੱਲੇ ਬੈਠੇ ਸੀ ਜੀ। ਸਟੇਜ 'ਤੇ ਖਾੜਕੂ ਸਿੰਘ ਬੈਠੇ ਸੀ ਜੀ। ਇਹ ਤਾਂ ਗਏ ਸੀ ਕਿਉਂਕਿ ਇਹ ਉਸ ਵੇਲੇ ਤੱਕ
ਸੁਰਜੀਤ ਸਿੰਘ ਬਰਨਾਲਾ ਦੇ ਅਕਾਲੀ ਦਲ ਚੋਂ ਬਾਗੀ ਹੋ ਚੁੱਕੇ ਸੀ। ਜੀ ਜੀ ਬਾਦਲ ਸਾਹਿਬ ਜਦ ਤੱਕ ਤਾਂ ਬਰਨਾਲਾ ਸਾਹਿਬ ਦੇ ਨਾਲ ਸੀਗੇ ਤੇ ਉਹਨਾਂ ਨੇ ਇਹਨਾਂ ਨੂੰ ਮਿਨਿਸਟਰ ਨਹੀਂ ਸੀ ਬਣਾਇਆ। ਇਹ ਮਿਨਿਸਟਰ ਬਣਨਾ ਚਾਹੁੰਦੇ ਸੀ, ਉਹ ਸਪੀਕਰ ਬਣਾਉਣਾ ਚਾਹੁੰਦੇ ਸੀਗੇ। ਚਲੋ ਉਹਨਾਂ ਨੇ ਇਗਨੋਰ ਕਰਤਾ। ਸੋ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਬਗਾਵਤ ਕਰਤੀ। ਜੀ ਬਗਾਵਤ ਦਾ ਇਸ਼ੂ ਸੀ ਕਿ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਨੇ ਆਪਣੇ ਖਾਲਿਸਤਾਨ ਡਿਕਲੇਅਰ ਕੀਤਾ ਜੀ ਤਾਂ ਇਹਨਾਂ ਨੇ ਬਗਾਵਤ ਕਰਤੀ ਤੇ ਆਪਣੇ ਨਹੀਂ, ਉਦੋਂ ਬਰਨਾਲਾ ਸਾਹਿਬ ਨੇ ਪੁਲਿਸ ਭੇਜਤੀ, ਇਹਨਾਂ ਲੋਕਾਂ ਨੇ ਬਗਾਵਤ ਕਰਤੀ। ਕੈਪਟਨ ਅਮਰਿੰਦਰ ਸਿੰਘ ਵੀ ਉਸ ਬਗਾਵਤ ਦਾ ਪਾਰਟ ਸੀ। ਉਹਨਾਂ ਨੂੰ ਸਮਝ ਆਉਂਦਾ ਸੀਗਾ ਕਿਉਂਕਿ ਉਹ ਬਲੂਚਿਸਤਾਨ ਵੇਲੇ ਵੀ ਉਹਨਾਂ ਨੇ ਬਗਾਵਤ ਕੀਤੀ ਸੀ ਆਪਣੀ ਪਾਰਟੀ ਦੇ ਖਿਲਾਫ। ਸੋ ਉਹ ਜਸਟੀਫਾਈਡ ਸੀ। ਇਹ ਸਿੱਧੇ ਜੰਪ ਮਾਰ ਕੇ ਚਲੇ ਗਏ ਖਾੜਕੂਆਂ ਦੀ ਸਟੇਜ ਤੇ। ਸੋ ਹੁਣ ਵੀ ਉਹੀ ਸਿਚੁਏਸ਼ਨ ਹੈ। ਤੇ ਜਦੋਂ 89 ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਹਾਸ਼ੀਏ ਤੇ ਚਲਾ ਗਿਆ ਸੀ ਲੋਕ ਸਭਾ ਇਲੈਕਸ਼ਨ ਦੇ ਵਿੱਚ, ਬਾਦਲ ਸਾਹਿਬ ਨੇ ਫਿਰ ਇਹਨਾਂ ਲੋਕਾਂ ਦੇ ਗੁਣ ਗਾਉਣੇ ਸ਼ੁਰੂ ਕਰਤੇ। ਮੈਂ ਐਗਜ਼ਾਮਪਲ ਦੇ ਰਿਹਾ ਪੈਰਲ। ਤੇ ਇਹ ਕਹਿਣਾ ਸ਼ੁਰੂ ਕਰਤਾ ਕਿ ਜੇ ਕੇਂਦਰ ਸਰਕਾਰ ਨੇ ਕੋਈ ਸਮਝੌਤਾ ਕਰਨਾ ਹੈ ਤਾਂ ਉਹਦੇ 'ਚ ਮੁੱਖ ਧਿਰ ਖਾੜਕੂ ਹੈ। ਇਹ ਲਫ਼ਜ਼ ਵਰਤਦੇ ਹੁੰਦੇ ਸੀ। ਮਤਲਬ ਹੁਣ ਮੈਂ ਗੱਲ ਪੂਰੀ ਕਰ ਦਿੰਦਾ। ਜੀ ਜੀ ਤੇ ਅਲਟੀਮੇਟਲੀ ਇਹਨਾਂ ਨੇ ਖਾਲਿਸਤਾਨ ਦੇ ਮਤੇ ਤੇ ਵੀ ਸਾਈਨ ਕੀਤੇ ਜਿਹੜਾ ਅਪ੍ਰੈਲ 1992 ਨੂੰ UNO ਨੂੰ ਸੌਂਪਿਆ ਗਿਆ ਸੀ। ਇਹ ਇਸ ਹੱਦ ਤੱਕ ਵੀ ਚਲੇ ਜਾਂਦੇ ਆ। ਹੁਣ ਵੀ ਉਹੀ ਕੁਝ ਵਾਪਰ ਰਿਹਾ ਹੈ। ਜਦੋਂ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਮੁੜ ਕੇ ਫਿਰ ਇਹ ਖਾੜਕੂ ਡੋਮੇਨ ਵੱਲ ਤੁਰ ਪਏ ਤਾਂ ਕਿ ਇਹਨਾਂ ਨੂੰ ਉੱਥੋਂ ਲੈਜੀਟੀਮੇਸੀ ਮਿਲ ਸਕੇ। ਜ਼ਿਕਰ ਕੀਤਾ ਕਿ ਖਾੜਕੂਆਂ ਨੂੰ ਜਦ ਸੈਂਟਰ ਨੂੰ ਕਿਹਾ ਕਿ ਜੇ ਗੱਲ ਕਰਨੀ ਤੇ ਖਾੜਕੂ ਮੁੱਖ ਤੇਰਾ। ਹੁਣ ਬੰਦੀ ਸਿੰਘ ਖੇਲੋ ਜੇ ਖਾੜਕੂ ਲੋਕ ਮੰਨਦੇ ਨੇ, ਚਾਹੇ ਜਗਤਾਰ ਸਿੰਘ ਹਵਾਰਾ, ਚਾਹੇ ਪਰਮਜੀਤ ਸਿੰਘ ਨੇ, ਚਾਹੇ ਫਿਰ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਬੰਦੀ ਸਿੰਘ ਤੇ ਇਹੀ ਹੈ। ਨਹੀਂ ਬਿਲਕੁਲ ਠੀਕ ਹੈ, ਇਹੀ ਹੈਗੇ ਹੈ ਤੇ ਇਹ ਉਸੇ ਧਿਰ ਤੋਂ ਹੈ ਜੀ। ਹਾਂਜੀ, ਜਿਨ੍ਹਾਂ ਨੂੰ ਇਹ ਰਿਜੈਕਟ ਕਰ ਚੁੱਕੇ ਪਹਿਲਾਂ। ਜੀ 1996 ਤੋਂ ਬਾਅਦ ਜੀ ਸ਼੍ਰੋਮਣੀ ਅਕਾਲੀ ਦਲ ਪੰਥ ਤੋਂ ਪਾਸੇ ਹੋ ਚੁੱਕਿਆ ਸੀ। ਅਫੀਸ਼ੀਅਲੀ ਹੋਇਆ ਇਹਨਾਂ ਜੀ ਹੌਲੀ ਹੌਲੀ ਇਹਨਾਂ ਨੇ ਤਾਂ ਕਹਿਤਾ ਵੀ ਅਸੀਂ ਵਰਚੁਅਲੀ ਪੰਜਾਬੀ ਪਾਰਟੀ ਹੈ, ਬੀਜੇਪੀ ਨਾਲ ਚਲੇ ਗਏ। ਜੀ ਪੰਥਕ ਪਾਰਟੀ ਤਾਂ ਬੀਜੇਪੀ ਨਾਲ ਨਹੀਂ ਜਾ ਸਕਦੀ। ਜੀ ਸੋ ਇਹਨਾਂ ਦਾ ਕਿਰਦਾਰ ਬਦਲ ਚੁੱਕਿਆ ਸੀਗਾ। ਸੋ ਤੁਸੀਂ 97 ਤੋਂ ਬਾਅਦ ਤੁਸੀਂ ਜਿੰਨੇ ਐਕਸ਼ਨ ਇਸ ਪਾਰਟੀ ਦੇ ਦੇਖੋਗੇ ਉਹ ਸਾਰੇ ਉਹਨਾਂ ਧਿਰਾਂ ਦੇ ਖਿਲਾਫ ਸੀਗੇ ਜਿਨ੍ਹਾਂ ਧਿਰਾਂ ਦੀ ਹੁਣ ਬੰਦੀਆਂ ਦੀ ਇਹ ਰਿਹਾਈ ਦੀ ਮੰਗ ਕਰ ਰਹੇ ਆ। ਪਰ ਇਹਨਾਂ ਦੀ ਰਿਹਾਈ ਨੂੰ ਲੈ ਕੇ ਤੇ ਜਦੋਂ ਚੱਬੇ ਹੁੰਦਾ ਸਰਬੱਤ ਖਾਲਸਾ ਬੁਲਾਇਆ ਜਾਂਦਾ ਜਾਂ ਬਰਗਾੜੀ ਦੀ ਹੁੰਦੀ ਆ ਜਾਂ ਜਦੋਂ ਗੱਲ ਕੀਤੀ ਜਾਂਦੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਛੱਡਣ ਦੀ, ਤੇ ਉਦੋਂ ਇਹੋ ਹੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਕਹਿੰਦੇ ਕਿ ਬੜਾ ਖਤਰਨਾਕ ਅੱਤਵਾਦੀ ਆ। ਹੁਣ ਅੱਜ ਕੱਲ੍ਹ ਉਹਨਾਂ ਦੀ ਰਿਹਾਈ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਜੀ। ਮੈਂ ਇੱਕ ਐਗਜ਼ਾਮਪਲ ਨਾਲ ਹੋਰ ਦਿੰਦਾ। ਮੈਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਰਾਂ ਦੇ ਬਾਅਦ ਚਾਹੂੰਗਾ ਜੀ। ਪਿੱਛੇ ਜੇ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਇਸੇ ਇਸ਼ੂ ਤੇ ਹੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ, ਜਿੱਥੇ ਇਹਨਾਂ ਨੇ ਬੰਦੇ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਹਨਾਂ ਨੇ ਲਫ਼ਜ਼ ਵਰਤਿਆ ਹਵਾਰਾ ਸਾਹਿਬ, ਰਾਜੋਆਣਾ ਸਾਹਿਬ। ਮੈਨੂੰ ਬੜਾ ਹਾਸਾ ਵੀ ਆਇਆ ਤੇ ਇੰਟਰਸਟਿੰਗ ਵੀ ਲੱਗੀ ਗੱਲ। ਉਹਦਾ ਕਾਰਨ ਸੀ ਜਦੋਂ ਚੱਬੇ ਸਿੱਖ ਸਮਾਗਮ ਤੇ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਹੈ ਸੁਖਬੀਰ ਸਿੰਘ ਬਾਦਲ ਦਾ ਉਹ ਪੜ੍ਹਨ ਵਾਲਾ ਹੈ। ਮੈਂ ਕੱਲ੍ਹ ਸ਼ਾਮ ਨੂੰ ਪ੍ਰਵੋਕ ਹੋ ਕੇ, ਮੈਂ ਹੁੰਦਾ ਨਹੀਂ ਛੇਤੀ ਕੀਤੀਆਂ, ਆਪਣੀਆਂ ਫਾਈਲਾਂ ਕੱਢੀਆਂ ਮੈਂ 2015 ਦੀਆਂ। ਮੈਂ ਖਬਰਾਂ ਸਾਰੀਆਂ ਰੱਖੀਆਂ ਤੇ ਉਹਦੇ 'ਚ ਇਹਨਾਂ ਨੇ ਕਿਹਾ ਵੀ ਇੱਕ ਕਾਤਲ ਸਿੱਖ ਕੌਮ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਹੁਣ ਉਸੇ ਕਾਤਲ ਦੀ ਇਹ ਰਿਹਾਈ ਦੀ ਮੰਗ ਕਰ ਰਹੇ ਹੈ। ਇਹ ਜਿਹੜੀ ਮੌਕਾ ਪ੍ਰਸਤੀ ਇਸ ਲੈਵਲ ਦੀ ਹੈ, ਇਹਦੇ ਵਾਸਤੇ ਜਵਾਬਦੇਹ ਤਾਂ ਇਹਨਾਂ ਨੂੰ ਕਿਤੇ ਹੋਣਾ ਪਏਗਾ। ਪ੍ਰੋਫੈਸਰ ਦਵਿੰਦਰਪਾਲ ਭੁੱਲਰ, ਉਹਨਾਂ ਦੇ ਟੱਬਰ ਦੇ ਕਈ ਜੀਵ ਪੁਲਿਸ ਨੇ ਮਾਰਤੇ। ਹੁਣ ਜਿਨ੍ਹਾਂ ਅਫਸਰਾਂ ਦੇ ਨਾਂ ਆਉਂਦੇ ਹੈ ਇਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੇ ਵਿੱਚ, ਉਹਨਾਂ ਨੂੰ ਤਾਂ ਇਹਨਾਂ ਨੇ ਪ੍ਰਮੋਟ ਕੀਤਾ, ਉਹਨਾਂ ਨੂੰ ਨਵਾਜਿਆ, DGP ਲਾਇਆ। ਜਵਾਬਦੇਹ ਕੌਣ ਹੋਏਗਾ? ਜੇ ਪੰਥ ਦੀ ਵਾਪਸੀ ਦੀ ਗੱਲ ਕਰਨੀ ਹੈ, ਪੰਥਕ ਡੋਮੇਨ ਦੇ ਵਿੱਚ ਆਉਣਾ ਹੈ, ਜਿਹੜੇ ਐਂਟੀ ਪੰਥਕ ਕੰਮ ਇਹਨਾਂ ਨੇ ਕੀਤੇ ਹੋਏ ਹੈ, ਉਹਦਾ ਪਹਿਲਾਂ ਜਵਾਬ ਤਾਂ ਦੇਣ ਨਾ,
ਤਾਂ ਹੀ ਗੱਲ ਅੱਗੇ ਤੁਰੇਗੀ। ਆਪਣੇ ਆਪ 'ਚ ਮੈਂ ਕਹਿੰਦਾ ਕਿ ਵਧੀਆ ਗੱਲ ਹੈ, ਇਹ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਲੇਕਿਨ ਇਹਦੇ ਵਿੱਚੋਂ ਮੈਨੂੰ ਇਹਨਾਂ ਦੀ ਮੌਕਾ ਪ੍ਰਸਤੀ ਦੀ ਸਿਆਸਤ ਦੀ ਬੋ ਆਉਂਦੀ ਹੈ। ਮਤਲਬ ਕਿ ਇਹਨਾਂ ਲੱਗਦਾ ਹੈ ਕਿ ਇਹ ਇੱਕ ਅਜਿਹਾ ਮੁੱਦਾ ਬੰਦੀ ਰਿਹਾਇਸ਼ਕ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀਆਂ ਬਾਕੀ ਪੰਥਕ ਧਿਰਾਂ ਉਹਨਾਂ ਦੀ ਸੰਜੀਵਨੀ ਬੂਟੀ ਦੇ ਤੌਰ ਤੇ ਕੰਮ ਆ ਸਕਦਾ, ਜਾਂ ਇਹ ਹੁਣ ਨਾਲ ਦੀ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪਣੀ ਹੋਂਦ ਜਾਂ ਵਜੂਦ ਦੀ ਲੜਾਈ ਲੜੀ ਜਾਈ ਹੈ, ਲੜ ਰਹੇ। ਤੇ ਜੇ ਬੰਦੀ ਸਿੱਖਾਂ ਦਾ ਮੁੱਦਾ ਚੱਕਿਆ ਤਾਂ ਲੱਗਦਾ ਕਿ ਪੰਥ ਇਹਨਾਂ ਨੂੰ ਪ੍ਰਵਾਨ ਕਰ ਲੇਗਾ ਜੀ? ਇਹ ਫੈਸਲਾ ਪੰਥ ਨੇ ਕਰਨਾ ਹੈ ਕਿ ਇਹਨਾਂ ਨੂੰ ਪ੍ਰਵਾਨ ਕਰਨਾ ਹੈ ਕਿ ਨਹੀਂ। ਪੰਥ ਇਹਨਾਂ ਨੂੰ ਸਾਰਿਆਂ ਨੂੰ ਰਿਜੈਕਟ ਕਰ ਚੁੱਕੇ ਜੀ। ਜਦੋਂ ਮੈਂ ਸਾਰਿਆਂ ਦੀ ਗੱਲ ਕਰਦਾ, ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਗੱਲ ਕਰਦਾ ਜੀ। ਕਿਸੇ ਵੇਲੇ ਪੰਥ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੂਰੀ ਸਪੋਰਟ ਕੀਤੀ। ਇੰਨੀ ਸਪੋਰਟ ਕਦੇ ਕਿਸੇ ਹੋਰ ਲੀਡਰ ਦੀ ਨਹੀਂ ਹੋਈ ਜੀ, ਜਿੰਨੀ ਉਹਨਾਂ ਦੀ ਹੋਈ ਸੀ। ਇਸ ਸਮੇਂ ਦੇ ਹਾਣੀ ਨਹੀਂ ਸੀ ਜੀ, ਤੇ ਨਾਲ ਹੀ ਥੱਲੇ ਆ ਗਏ ਸੀਗੇ। ਜੀ। ਹੁਣ ਇਹ ਇਹੋ ਜਿਹੇ ਨਾਅਰੇ ਦੇ ਕੇ, ਇਹੋ ਜਿਹੇ ਇਸ਼ੂ ਟੇਕਅਪ ਕਰਕੇ ਆਪਣੀ ਲੈਜੀਟੀਮੇਸੀ ਬਣਾਉਣਾ ਚਾਹੁੰਦੇ ਆ। ਮੈਂ ਬਹੁਤ ਇੰਟਰਸਟਿੰਗ, ਅੱਜ ਮੈਨੂੰ ਸਵੇਰੇ ਹੀ ਵੀਡੀਓ ਆਈ, ਸ਼ਾਇਦ ਤੁਸੀਂ ਵੀ ਦੇਖੀ ਹੋਵੇ। ਕੱਲ੍ਹ ਦੀ ਮੀਟਿੰਗ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਹੋਇਆ ਜੀ। ਉਹ ਮਾਨ ਸਾਹਿਬ ਐਡਰੈਸ ਕਰ ਰਹੇ ਆ। ਜੀ, ਉਹ ਕਹਿੰਦੇ ਵੀ ਤੁਸੀਂ ਸੱਜੀ ਅੱਖ ਮਾਰਿਓ ਜੀ, ਤੇ ਮੈਂ ਤੁਹਾਡੇ ਵੱਲ ਸਾਰੇ ਵੱਲ ਦੇਖਦਾ, ਤੇ ਸੱਜੀ ਅੱਖ ਮਾਰਨ ਦਾ ਮਤਲਬ ਇਹ ਹੋਏਗਾ ਕਿ ਪਾਸ ਹੋ ਗਿਆ। ਬਾਅਦ ਚੋਂ ਅਨਾਉਂਸ ਕਰਦੇ ਆ, ਕਹਿੰਦੇ ਲਓ ਜੀ ਜਕਾਰਾ ਛੱਡੀਏ, ਖਾਲਿਸਤਾਨ ਦਾ ਮਤਾ ਪਾਸ ਹੋ ਗਿਆ। ਜੀ। ਇਹ ਮਜ਼ਾਕ ਹੈ। ਖਾਲਿਸਤਾਨ ਤੇ ਲੋਕਾਂ ਨੇ ਜਾਨਾਂ ਦਿੱਤੀਆਂ ਆਪਣੀਆਂ, ਇਹਨੂੰ ਮਜ਼ਾਕ ਕਿਉਂ ਬਣਾ ਛੱਡਿਆ ਇਹਨਾਂ ਨੇ? ਜੀ, ਇਸ ਤਰ੍ਹਾਂ ਨਹੀਂ ਇਹਨਾਂ ਦੀ ਹੋਂਦ ਦੁਬਾਰਾ ਬਣਦੀ। ਇਹ ਜਿਨ੍ਹਾਂ ਲੋਕਾਂ ਦੀ ਹੋਂਦ ਗਵਾ ਚੁੱਕੀ ਹੈ, ਉਹ ਪਹਿਲਾਂ ਦੇਖਣ ਵੀ ਇਹਨਾਂ ਦੀ ਹੋਂਦ ਕਿਉਂ ਗਵਾਚੀ ਹੈ। ਜੀ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸਭ ਤੋਂ ਵੱਡੀ ਧਿਰ ਤਾਂ ਇਹੀ ਰਹੇ। ਮਾਨ ਸਾਹਿਬ ਤਾਂ ਬਹੁਤ ਪਹਿਲਾਂ ਆਪਣੀ ਹੋਂਦ ਗਵਾ ਚੁੱਕੇ ਹੈ। ਤੇ ਜਿਹੜੇ ਨਵੇਂ ਗੱਠਜੋੜ ਬਣ ਰਹੇ ਹੈਗੇ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਿਮਰਜੀਤ ਸਿੰਘ ਮਾਨ ਦਾ ਗੱਠਜੋੜ ਬਣ ਰਿਹਾ ਹੈਗਾ ਜੀ। ਪਰਮਜੀਤ ਸਿੰਘ ਸਰਨਾ ਵੀ ਬਾਦਲ ਨੂੰ ਬੜੀਆਂ ਗਾਲਾਂ ਕੱਢਦੇ ਰਹੇ ਨੇ। ਮਨਜੀਤ ਸਿੰਘ ਜੀ ਕੇ ਅਕਾਲੀ ਦਲ ਦਾ ਪਾਰਟ ਸੀ, ਉਹ ਬਾਹਰ ਅੱਡ ਹੋ ਗਏ। ਕਿ ਦਿੱਲੀ ਵਾਲੇ ਸਰਨਾ ਸਾਹਿਬ ਤੇ ਜੀ ਕੇ ਸਾਹਿਬ ਆਪਣੀ ਸਿਆਸਤ ਲੜ ਰਹੇ ਕਿ ਸਾਡੀ ਦਿੱਲੀ 'ਚ ਵਜੂਦ ਖਤਮ ਹੋ ਗਿਆ। ਸਿਮਰਜੀਤ ਸਿੰਘ ਮਾਨ ਦਾ ਲੱਗਦਾ ਹੈ ਕਿ ਜੇ ਮੈਨੂੰ ਕਿਤੇ ਨਾ ਕਿਤੇ ਸੀਟਾਂ ਮਿਲਦੀਆਂ ਥੋੜ੍ਹੀਆਂ ਬਹੁਤੀਆਂ ਤੇ ਮੈਂ ਵੀ ਬਾਦਲ ਦਲ ਦੇ ਨਾਲ ਸਮਝੌਤਾ ਕਰ ਲੈਂਦਾ। ਇਹ ਤਾਂ ਲੱਗਦਾ ਕਿ ਸਾਰਿਆਂ ਦੇ ਸਿਆਸੀ ਗਰਜਾਂ ਵੀ ਆ ਜੀ। ਨਹੀਂ, ਸਿਰਫ ਗਰਜਾਂ ਹੀ ਹੈ ਜੀ। ਵੀ ਨਹੀਂ, ਸਿਰਫ ਗਰਜਾਂ ਹੀ ਹੈ ਇਹਨਾਂ ਦੀਆਂ। ਸਰਨਾ ਤੇ ਜੀਕੇ ਦੀ ਦਿੱਲੀ ਦੀ ਸਿਆਸਤ ਹੈ। ਜੀ। ਉੱਥੇ ਮਨਜਿੰਦਰ ਸਿੰਘ ਸਰਸਾ ਬੀਜੇਪੀ ਜਾ ਕੇ ਸਾਰਾ ਕੁਝ ਲੈ ਗਏ। ਜੀ। ਉਹਨੂੰ ਖੜਾ ਤਾਂ ਸੁਖਬੀਰ ਸਿੰਘ ਬਾਦਲ ਨੇ ਹੀ ਕੀਤਾ ਸੀ ਨਾ। ਜੀ। ਜੀ। ਉਦੋਂ ਵੀ ਉਹ ਬੀਜੇਪੀ ਦਾ ਪਾਰਟ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਖੜਾ ਕੀਤਾ ਸੀ। ਜੀ। ਇਹ ਕਿਵੇਂ ਹੋ ਸਕਦਾ ਕਿ ਜਿਹੜਾ ਬੰਦਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹੋਵੇ, ਉਹ ਬੀਜੇਪੀ ਦਾ ਐਮਐਲਏ ਵੀ ਹੋਵੇ? ਜੀ। ਜੀ। ਬੀਜੇਪੀ ਨੇ ਤਾਂ ਕਬਜ਼ਾ ਉਦੋਂ ਹੀ ਕਰ ਲਿਆ ਸੀ ਜਦੋਂ ਮਨਜਿੰਦਰ ਸਿੰਘ ਸਰਸਾ ਬੀਜੇਪੀ ਦਾ ਐਮਐਲਏ ਬਣਿਆ ਤੇ ਨਾਲ ਦਿੱਲੀ ਕਮੇਟੀ ਦਾ ਪ੍ਰਧਾਨ ਸੀ। ਇਹਦਾ ਜਵਾਬ ਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਹੋਣਾ ਪੈਣਾ। ਜੀ। ਹੁਣ ਉੱਥੇ ਅਕਾਲੀ ਦਲ ਖਤਮ ਹੋ ਚੁੱਕਿਆ, ਉਹ ਸਪੇਸ ਖਾਲੀ ਪਈ ਹੈ। ਸਰਸਾ ਹੋਏ ਆਪਣੇ ਸਰਨਾ ਤੇ ਜੀ ਕੇ ਉਹ ਸਪੇਸ ਲੈਣੀ ਚਾਹੁੰਦੇ ਸਾਰੇ ਇਕੱਠੇ ਹੋ ਕੇ। ਉਹਨਾਂ ਦੀ ਸਿਆਸਤ ਦਿੱਲੀ ਦੀ ਹੈ। ਪੰਜਾਬ ਦੇ ਵਿੱਚ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੱਗ ਕੇ ਆਪਣੀ ਹੋਂਦ ਮੁੜ ਕੇ ਬਣਾਉਣਾ ਚਾਹੁੰਦੇ ਹੈ, ਤਾਂ ਕਿ ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ, ਬਾਈ ਇਲੈਕਸ਼ਨ ਮੇਰੇ ਖਿਆਲ ਦੇ ਵਿੱਚ ਸੰਗਰੂਰ ਲੋਕ ਸਭਾ ਦੀ, ਇਹਨਾਂ ਨੇ ਕਿਹਾ ਮੈਂ ਇਲੈਕਸ਼ਨ ਲੜਨੀ ਹੈ ਜਾਂ ਕਿਸੇ ਹੋਰ ਨੂੰ ਕੈਂਡੀਡੇਟ ਖੜਾ ਕਰਨ, ਜੋ ਮਰਜ਼ੀ ਕਰਨ। ਤੇ ਇਸ ਕੰਟੈਕਸਟ ਦੇ ਵਿੱਚ ਮੇਰੇ ਕੋਲ ਥੋੜ੍ਹੀ ਜਿਹੀ ਜਾਣਕਾਰੀ ਆਈ ਕਿ ਜਿਹੜੀ ਪਿੱਛੇ ਕੋਰ ਕਮੇਟੀ ਦੀ ਅਕਾਲੀ ਦਲ ਦੀ ਮੀਟਿੰਗ ਹੋਈ, ਉਹਦੇ ਵਿੱਚ ਚਰਚਾ ਹੋਈ ਵੀ ਕਿਤੇ ਆਪਾਂ ਕੈਂਡੀਡੇਟ ਖੜਾ ਕਰੀਏ ਤੇ ਇਹ ਨਾ ਹੋਵੇ ਕਿ ਜਿਹੜੀ ਸਾਡੀ ਹਾਲਤ ਇਸ ਵੇਲੇ ਹੈਗੀ ਹੈ ਉਹਦੇ ਵਿੱਚ ਸਾਨੂੰ ਮਾਨ ਸਾਹਿਬ ਤੋਂ ਵੀ ਘੱਟ ਵੋਟਾਂ ਪੈਣ, ਤਾਂ ਅਸੀਂ ਤਾਂ ਬਿਲਕੁਲ ਹੀ ਮੁੱਕ ਜਾਵਾਂਗੇ। ਹੁਣ ਸਾਰੇ ਇਕੱਠੇ ਹੋ ਗਏ ਇਹ। ਹੋ ਸਕਦਾ ਕਿ ਮਾਨ ਸਾਹਿਬ ਨੂੰ ਇਹ ਸਪੋਰਟ ਅਨਾਉਂਸ ਕਰ ਦੇਣ। ਹੁਣ ਜਿਹੜਾ ਅਗਲਾ ਡਰ ਹੈ, ਆਪਾਂ ਉੱਥੇ ਆਈਏ, ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਇਲੈਕਸ਼ਨ। ਓਵਰਡਿਊ ਹੈ, ਪ੍ਰੋਸੈਸ ਸ਼ੁਰੂ ਹੋ ਚੁੱਕਿਆ। ਜਦੋਂ ਇਲੈਕਸ਼ਨ ਗੁਰਦੁਆਰਾ ਕਮਿਸ਼ਨਰ ਅਬਾਊਟ ਹੋ ਜੇ ਤੇ ਉਹ ਪ੍ਰੋਸੈਸ ਸ਼ੁਰੂ ਹੋ ਜਾਂਦਾ, ਉਹ ਅਪਾਇੰਟਮੈਂਟ ਹੋਊਗੀ। ਤੇ ਉਹਦੇ ਵਿੱਚ ਬੀਜੇਪੀ ਵੀ ਇੰਟਰਸਟਿਡ ਹੈ। ਉਹ ਹੁਣ ਮੋਦੀ ਸਾਹਿਬ ਲਗਾਤਾਰ ਸਿੱਖ ਗਰੁੱਪਾਂ ਨਾਲ ਮੀਟਿੰਗਾਂ ਕਰ ਰਹੇ ਹੈ। ਉਹਦਾ ਕੋਈ ਮਕਸਦ ਤਾਂ ਹੈ ਨਾ। ਹੁਣ ਮੈਨੂੰ ਇੱਕ ਇਹ ਵੀ ਲੱਗਿਆ ਕਿ ਹੋ ਸਕਦਾ ਹੈ ਕਿ ਮੋਦੀ ਸਾਹਿਬ ਇਹਨਾਂ ਸਿੰਘਾਂ ਨੂੰ ਛੱਡਣ ਦਾ ਕ੍ਰੈਡਿਟ ਹੋਰ ਸਿੱਖਾਂ ਨੂੰ ਦੇਣ, ਕਿਉਂਕਿ ਪਹਿਲਾਂ ਬੀਜੇਪੀ ਨੇ ਤਾਂ ਮੋਦੀ ਸਰਕਾਰ ਅਨਾਉਂਸ ਕਰ ਚੁੱਕੀ ਹੈ ਗੁਰੂ ਨਾਨਕ ਦੇਵ ਜੀ ਦੀ ਐਨੀਵਰਸਰੀ 'ਤੇ ਕਿ ਅਸੀਂ ਇਹ ਸਿੰਘ ਛੱਡਣੇ ਹੈ। ਉਹਦਾ ਰਿਕਾਰਡ ਦਾ ਪਾਰਟ ਹੈ, ਫਾਰਮੈਲਿਟੀ ਪੂਰੀ ਕਰਨੀ ਹੈ।
ਹਵਾਰਾ ਜਾਂ ਆਪਣੇ ਇੱਕ ਦੋ ਹੋਰ ਸਿੰਘ ਛੱਡ ਕੇ ਬਾਕੀ ਦੀ ਆਲਮੋਸਟ ਹੋਇਆ ਹੋਇਆ ਜੀ ਹੁਣ ਉਹ ਕ੍ਰੈਡਿਟ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਆ, ਇਹ ਖੁਦ ਲੈਣਾ ਚਾਹੁੰਦੇ ਆ। ਕ੍ਰੈਡਿਟ ਵਾਰ ਆ ਗਈ ਇੱਕ ਤਾਂ, ਜੀ ਦੂਸਰੀ ਹੋਂਦ ਦੀ ਲੜਾਈ ਹੈ ਇਹਨਾਂ ਦੀ। ਜੀ ਹੁਣ ਮਾਨ ਸਾਹਿਬ ਹੋ ਸਕਦਾ ਹੈ ਕਿ ਸਮਝੌਤੇ ਦੇ ਵਿੱਚ ਅਲਟੀਮੇਟਲੀ ਸੁਖਬੀਰ ਤੋਂ SGPC ਵਾਸਤੇ ਵੀ 25 ਸੀਟਾਂ ਦੀ ਗੱਲ ਕਰਨ। ਜੀ ਵੈਸੇ ਤਾਂ ਇਹਨਾਂ ਦੇ ਇਹ ਜਿੱਦੇ ਨਹੀਂ, ਇਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਮਾਨ ਸਾਹਿਬ ਨੂੰ, SGPC ਦੇ ਵਿੱਚ ਵੀ ਨਹੀਂ ਪੈਂਦੀਆਂ। ਜੀ ਅਸੈਂਬਲੀ ਜਾਂ ਲੋਕ ਸਭਾ ਦਾ ਛੱਡ ਦਿਓ, ਹੁਣ ਵੀ ਜਿੱਤ ਜਾਣਗੇ ਆਪਣੇ ਆਪ ਤਾਂ ਇਹਨਾਂ ਨੂੰ SGPC ਇਲੈਕਸ਼ਨ 'ਚ ਵੀ ਨਹੀਂ ਪੈਂਦੀਆਂ। ਗੱਠਜੋੜ ਹੋ ਗਏ, ਆਉਣ ਵਾਲੇ ਸਮੇਂ 'ਚ ਫਿਰ ਰਲੇਵਾਂ ਵੀ ਹੋ ਸਕਦਾ ਕਿ ਫਿਰ ਸਿਮਰਜੀਤ ਮਾਨ ਕਹੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ। ਨਹੀਂ ਹੋ ਸਕਦਾ, ਕੁਝ ਵੀ ਹੋ ਸਕਦਾ ਹੈ ਹਾਂਜੀ, ਕਿਉਂਕਿ ਇਸ ਵੇਲੇ ਜਿਹੜੀ ਇਹ ਲੀਡਰਸ਼ਿਪ ਹੈ ਸੁਖਬੀਰ ਸਿੰਘ ਬਾਦਲ, ਇਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਤੇ ਜਿਸ ਢੰਗ ਨਾਲ ਇਹ ਰਿਵਾਈਵ ਹੋਣ ਦੀ ਕੋਸ਼ਿਸ਼ ਕਰ ਰਹੇ ਹੈ, ਮੈਨੂੰ ਲੱਗਦਾ ਨਹੀਂ ਕਿ ਲੋਕ ਇਹਨਾਂ ਨੂੰ ਇਸ ਤਰ੍ਹਾਂ ਮਾਫ ਕਰ ਦੇਣਗੇ। ਮੈਂ ਪਰਸਨਲੀ ਇਸ ਗੱਲ ਦਾ ਹਾਮੀ ਹੈ ਕਿ ਇਹਨਾਂ ਨੂੰ ਆਪਣੇ ਪਿਛਲੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ। ਇਹ ਮਾਫੀ ਵੀ ਮੰਗ ਲੈਣਗੇ। ਲੋਕ ਕਹਿੰਦੇ ਗੁਨਾਹ ਦੀ ਸੂਚੀ ਲੰਬੀ ਹੈ ਜੀ। ਨਹੀਂ ਸੋਚੀ ਲੰਬੀ ਹੈ, ਪਰ ਪਹਿਲਾਂ ਰਿਜ਼ਾਈਨ ਕਰਨ, ਰਿਜ਼ਾਈਨ ਕਰਕੇ ਫਿਰ ਮਾਫੀ ਮੰਗਣ ਤਾਂ ਇਹਨਾਂ ਨੂੰ ਹੋ ਸਕਦਾ ਲੋਕ ਮਾਫ ਕਰ ਦੇਣ। ਹੁਣ ਗੁਨਾਹ ਤਾਂ ਇਹੀ ਹੈ ਨਾ, ਜਿਹੜੇ ਮੈਂ ਕਿਹਾ ਵੀ ਇਹਨਾਂ ਨੇ ਉਹ ਅਫਸਰ ਪ੍ਰਮੋਟ ਕੀਤੇ ਜਿਨ੍ਹਾਂ ਨੇ ਉਹਨਾਂ ਦੇ ਰਿਸ਼ਤੇਦਾਰ ਮਾਰੇ, ਜਿਨ੍ਹਾਂ ਦੇ ਬੰਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹੈ। ਉਹਦਾ ਜਵਾਬ ਦੇ ਤਾਂ ਹੋਣਾ ਪੈਣਾ ਹੈ ਨਾ। ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ, ਬਰਗਾੜੀ ਟਾਪ ਕਰਦਾ ਉਹਨਾਂ ਗੁਨਾਹਾਂ ਦੇ ਵਿੱਚ, ਕਿੱਥੋਂ ਜਵਾਬ ਦੇਣਗੇ ਸਿੱਖ। ਮੈਂ ਨਾਲ ਇੱਕ ਹੋਰ ਐਡ ਕਰ ਦਿਆਂ, ਇਹ ਸਿੱਖ ਸੰਸਥਾਵਾਂ ਦੇ ਨਿਗਾਰ ਤੇ ਜ਼ਿੰਮੇਦਾਰ ਹੈਗੇ। ਮੈਂ ਸੰਸਥਾਵਾਂ ਤਿੰਨ ਮੰਨਦਾ, ਅਕਾਲ ਤਖਤ ਸਾਹਿਬ, ਦੂਜੇ ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੀਜੇ ਨੰਬਰ ਤੇ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਮੇਰੇ ਵਾਸਤੇ ਸਿਰਫ ਪੋਲੀਟੀਕਲ ਪਾਰਟੀ ਨਹੀਂ ਹੈ, ਇਹ ਸਿੱਖਾਂ ਦੀ ਸੰਸਥਾ ਹੁੰਦੀ ਸੀ, ਉਹ ਖਤਮ ਕਰਤੀ ਹੈ ਇਹਨਾਂ ਨੇ। ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ? ਇਹ ਜ਼ਿੰਮੇਦਾਰੀ ਹੋਣ ਕਰਨ ਤੇ ਪਾਸੇ ਹੋ ਜਾਣ। ਟੱਲਾ ਜੀ, ਇੱਕ ਇਹ ਪਾਸੇ ਹਟ ਜਾਂਦੇ ਸੁਖਬੀਰ ਸਿੰਘ ਬਾਦਲ ਨਹੀਂ ਤੇ ਹੋਰ ਕੋਈ ਪ੍ਰਧਾਨ ਬਣ ਜਾਊਗਾ, ਪਰ ਅਕਾਲੀ ਦਲ ਦੇ ਕਈ ਲੀਡਰ ਕਹਿੰਦੇ ਸਾਡੇ ਕੋਲ ਤੋੜ ਨਹੀਂ ਹੈਗਾ ਸੁਖਬੀਰ ਸਿੰਘ ਬਾਦਲ ਦਾ ਜੀ। ਇਹ ਤਾਂ ਇੱਕ ਪਰਸੈਪਸ਼ਨ ਬਿਲਡ ਕੀਤੀ ਗਈ ਹੈ ਕਿ ਤੋੜ ਤਾਂ ਆਪਣੇ ਆਪ ਹੀ ਨਿਕਲੇ ਆਉਂਦੇ ਹੁੰਦੇ ਆ। ਸਿਚੁਏਸ਼ਨ ਬਣੇ, ਲੀਡਰਸ਼ਿਪ ਆਪਣੇ ਆਪ ਆ ਜਾਏਗੀ। ਇਹ ਜਿਹੜੀ ਕਰਨਾ ਸ਼ੁਰੂ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਤਾਂ ਲੱਗਦਾ ਹੈ ਕਿ ਜਿਹੜੀ 1996 'ਚ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣ ਗਈ, ਹੁਣ ਪੰਜਾਬੀ ਪਾਰਟੀ ਤੋਂ ਬਾਅਦ ਫਿਰ ਪੰਥਕ ਪਾਰਟੀ ਬਣਨ ਦਾ ਵੀ ਇੱਕ ਯਤਨ ਹੈਗਾ ਕਿ ਜਾਂ ਸਿਰਫ ਕੁਝ ਪਲ ਵਾਸਤੇ ਜੀ? ਨਹੀਂ, ਇਹਨਾਂ ਦੀ ਜਦ ਤੱਕ ਇਹ ਵਾਪਸ ਪਿਛਲੇ ਸ਼੍ਰੋਮਣੀ ਅਕਾਲੀ ਦਲ ਐਸ ਸੱਚ ਰਿਵਾਈਵ ਨਹੀਂ ਹੁੰਦਾ, ਉਦੋਂ ਤੱਕ ਇਹਨਾਂ ਦੀ ਗੱਲ ਨਹੀਂ ਬਣਦੀ। ਤੇ ਜਿੰਨੇ ਤੁਸੀਂ ਕਿਹਾ ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ, ਉਹ ਲਿਸਟ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣਦੇ ਆ ਅਕਾਲੀ ਦਲ ਦੇ, ਉਦੋਂ ਹੀ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਕਿ ਤੁਸੀਂ ਇਹ ਨਹੀਂ ਵੀ ਕਦੇ ਜਦੋਂ ਤੁਹਾਡਾ ਜੀਅ ਕੀਤਾ ਤੁਸੀਂ ਪੰਥਕ ਹੋ ਗਏ, ਜਦੋਂ ਜੀਅ ਕੀਤਾ ਪੰਥ ਨੂੰ ਗਾਲਾਂ ਕੱਢਣ ਲੱਗ ਪਏ ਪੰਥਕ ਧਿਰਾਂ ਨੂੰ। ਸੋ ਇਸ ਵਾਰ ਡੋਮੇਨ ਖਾਲੀ ਪਈ ਹੈ, ਵੈਕਿਊਮ ਹੈ, ਵੈਕਿਊਮ ਖਾਲੀ ਰਹਿੰਦਾ ਨਹੀਂ। ਹੁਣ ਉੱਭਰਦਾ ਕੌਣ ਹੈ? ਮੇਰੇ ਖਿਆਲ ਨਵੀਂ ਯੰਗ ਲੀਡਰਸ਼ਿਪ ਸਾਹਮਣੇ ਆਉਣੀ ਚਾਹੀਦੀ ਸਿੱਖਾਂ ਦੀ। ਅਕਾਲੀ ਦਲ ਜਿਹੜੇ ਖੇਤਰੀ ਪਾਰਟੀ ਜਾਂ ਤੁਸੀਂ ਕਹਿੰਦੇ ਇੱਕ ਸੰਸਥਾ ਸੀ, ਉਹ ਖੇਤਰੀ ਪਾਰਟੀ ਦਾ ਜਿਹੜਾ ਰੁਤਬਾ ਉਹ ਖੁੱਸਿਆ ਹੈਗਾ, ਇੱਕ ਨਵਾਂ ਅਲਟਰਨੇਟਿਵ ਪੰਜਾਬ ਨੂੰ ਮਿਲ ਸਕਦਾ? ਨਹੀਂ, ਬਿਲਕੁਲ ਮਿਲੇਗਾ ਤੇ ਟਾਈਮ ਲੱਗਦਾ ਹੁੰਦਾ ਹੈ। ਹਾਂਜੀ, ਹੁਣ ਵੀ ਟਾਈਮ ਲੱਗੇਗਾ। ਮੇਰੇ ਖਿਆਲ ਦੇ ਵਿੱਚ ਕੋਈ ਨਵੀਂ ਪਾਰਟੀ ਜਾਂ ਨਵੀਂ ਪੰਥਕ ਧਿਰ ਇਹਦੇ ਵਿੱਚੋਂ ਨਿਕਲ ਸਕਦੀ ਹੈ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਪੀਲ ਕੀਤੀ, ਉਸ ਤੋਂ ਬਾਅਦ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ। ਕਈ ਪੰਥਕ ਧਿਰਾਂ ਉਸ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੁੰਦੀਆਂ, ਪਰ ਵੱਡੇ ਸਵਾਲ ਹੈ ਕਿ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਕਦੀ ਬੰਦੀ ਸਿੰਘਾਂ ਦੇ ਖਿਲਾਫ ਬੋਲਦੇ ਰਹੇ ਨੇ, ਉਹਨਾਂ ਦੇ ਜਿਹੜੇ ਕਸੂਰਵਾਰ ਅਫਸਰ ਸੀ ਉਹਨਾਂ ਨੂੰ ਵੱਡੇ ਅਹੁਦੇ ਵੀ ਦਿੰਦੇ ਰਹੇ ਨੇ, ਕਾਤਲ ਵੀ ਦੱਸਦੇ ਰਹੇ ਨੇ, ਖਤਰਨਾਕ ਅੱਤਵਾਦੀ ਵੀ ਦੱਸ ਰਹੇ ਨੇ। ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਰੂਪ ਵਿੱਚ ਸਾਰੀਆਂ ਪੰਥਕ ਧਿਰਾਂ ਬੰਦੀ ਸਿੰਘਾਂ ਨੂੰ ਸੰਜੀਵਨੀ ਬੂਟੀ ਦੇ ਤੌਰ ਤੇ ਲੈ ਰਹੇ ਨੇ, ਜਾਂ ਫਿਰ ਆਪਣੇ ਸਿਆਸੀ ਵਜੂਦ ਹੋਂਦ ਨੂੰ ਲੈ ਕੇ ਵੀ ਲੜਾਈ ਲੜੀ ਜਾ ਰਹੀ ਹੈ? ਇਹ ਸਮਾਂ ਤੈਅ ਕਰਦੇ, ਕਿਉਂਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।